ਉਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਆਪਾਂ ਜਿਹੜਾ ਸ਼ਬਦ ਵਿਚਾਰ ਕਰ ਰਹੇ ਸੀਗੇ, ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਇਸ ਦੀ ਇੱਕ ਪੰਗਤੀ ਆਪਾਂ ਵਿਚਾਰ ਕੀਤੀ ਸੀ ਕਿ ਘਰ ਮੰਦਰ ਖੁਸ਼ੀ ਨਾਮ ਕੀ, ਨਾਦਰ ਤੇਰੀ ਪਰਿਵਾਰ। ਕਿ ਅਸਲ ਵਿੱਚ ਘਰ ਉਦੋਂ ਹੀ ਮੰਦਰ ਬਣਦਾ ਹੈ, ਘਰ ਉਦੋਂ ਹੀ ਘਰ ਬਣਦਾ ਹੈ ਜਦੋਂ ਉਹਦੇ ਵਿੱਚ ਚਾਉ ਆਵੇ, ਜਦੋਂ ਉਹਦੇ ਵਿੱਚ ਖੁਸ਼ੀ ਆਵੇ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਜਿਹੜਾ ਮੰਗਲ ਗ੍ਰਹਿ ਆ ਜਿਹੜਾ ਉਹਦੇ ਵਿੱਚ ਮੰਦਰ ਬਣ ਗਿਆ, ਘਰ ਹੁਣ ਮੰਦਰ ਬਣ ਗਿਆ, ਘਰ ਦੇ ਵਿੱਚ ਚਾਉ ਆ ਗਿਆ। ਸੋ ਮਹਾਰਾਜ ਕਹਿੰਦੇ ਨੇ ਕਿ ਜਿੱਤ ਘਰ ਮੰਦਰ ਖੁਸ਼ੀ ਨਾਮ ਕੀ, ਨਾਦਰ ਤੇਰੀ ਪਰਿਵਾਰ। ਅਤੇ ਮਹਾਰਾਜ ਜਿਹੜੇ ਘਰ ਦੇ ਉੱਤੇ ਤੇਰੇ ਨਾਮ ਜਪਣ ਦੀ ਖੁਸ਼ੀ ਆਉਂਦੀ ਆ, ਜਿਹੜੇ ਘਰ ਦੇ ਵਿੱਚ, ਜਿਹੜੇ ਮੰਦਰ ਦੇ ਵਿੱਚ ਦਾ ਫੈਮਿਲੀ ਪ੍ਰੇਜ਼ ਟੂਗੈਦਰ, ਦਾ ਫੈਮਿਲੀ ਸਟੇਜ਼ ਟੂਗੈਦਰ, ਜਿਹੜੇ ਘਰ ਦੇ ਵਿੱਚ ਨਾਮ ਜਪਣ ਦੀ ਖੁਸ਼ੀ ਆਉਂਦੀ ਆ, ਬਾਣੀ ਪੜ੍ਹਨ ਦਾ ਚਾਅ ਆਉਂਦਾ, ਅਸਲ ਦੇ ਵਿੱਚ ਉਸ ਦੇ ਉੱਤੇ ਤੇਰੀ ਨਦਰ ਹੁੰਦੀ ਆ ਅਤੇ ਤੇਰੀ ਨਦਰ ਦੇ ਵਿੱਚ ਸ਼ੁਭ ਗੁਣ ਆਉਂਦੇ ਆ। ਅਸਲ ਦੇ ਵਿੱਚ ਸ਼ੁਭ ਗੁਣਾਂ ਦਾ ਜ਼ਿੰਦਗੀ ਵਿੱਚ ਆ ਜਾਣਾ ਮਹਾਰਾਜ ਜੀ, ਇਹ ਇੱਕ ਬਹੁਤ ਵੱਡਾ ਪਰਿਵਾਰ ਆ ਜਿਹੜਾ ਹੋਰ ਸ਼ੁਭ ਗੁਣਾਂ ਨੂੰ ਇਕੱਠੇ ਕਰਦਾ ਰਹਿੰਦਾ ਹੈ। ਅਤੇ ਅੱਗੇ ਮਹਾਰਾਜ ਫਿਰ ਕਹਿੰਦੇ ਆ ਕਿ ਹੁਕਮ ਸੋਈ ਤੁਧ ਭਾਵਸੀ। ਅਤੇ ਮਹਾਰਾਜ ਹੁਕਮ ਸ਼ਬਦ ਨੂੰ ਬਿਆਨ ਕਰਦੇ ਆ ਕਿ ਹੁਕਮ ਕੀ ਹੁੰਦਾ ਹੈ। ਮਹਾਰਾਜ ਕਹਿੰਦੇ ਕਿ ਹੁਕਮ ਅਸਲ ਦੇ ਵਿੱਚ ਉਹੀ ਹੁੰਦਾ ਆ ਤੁਧ ਭਾਵਸੀ, ਜਦੋਂ ਸਾਡਾ ਹਿਰਦਾ ਇਹ ਕਹਿਣ ਲੱਗ ਜੇ ਕਿ ਮਹਾਰਾਜ ਜੋ ਤੈਨੂੰ ਭਾਉਂਦਾ ਉਹ ਹੀ ਠੀਕ ਆ, ਜਿੱਥੇ ਤੁਸੀਂ ਰੱਖਣਾ ਚਾਹੁੰਦੇ ਹੋ ਵਾਹਿਗੁਰੂ ਜੀ ਉੱਥੇ ਠੀਕ ਆ। ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਕੀ ਆ? ਮਹਾਰਾਜ ਕਹਿੰਦੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ। ਕੋਈ ਇਨਸਾਨ ਕਹੇ ਕਿ ਮੈਂ ਪਰਮਾਤਮਾ ਨੂੰ ਤਨ ਦੇ ਦੂੰਗਾ, ਮੇਰਾ ਬਹੁਤ ਸਾਰਾ ਧਨ ਦੇ ਦੂੰਗਾ ਅਤੇ ਮੈਂ ਮੇਰਾ ਮਨ ਦੇ ਦੂੰਗਾ। ਗੁਰੂ ਮਹਾਰਾਜ ਕਹਿੰਦੇ ਨੇ ਭਾਈ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਇਹ ਤੈਨੂੰ ਮੇਰੀਆਂ ਹੀ ਦਿੱਤੀਆਂ ਹੋਈਆਂ ਨੇ, ਤੂੰ ਮੈਨੂੰ ਬਾਸੀ ਚੀਜ਼ਾਂ ਕਿਉਂ ਵਾਪਸ ਕਰਦਾ ਆ। ਤਨ ਵਾਹਿਗੁਰੂ ਦਾ ਦਿੱਤਾ ਹੋਇਆ, ਮਨ ਵਾਹਿਗੁਰੂ ਦਾ ਦਿੱਤਾ ਹੋਇਆ। ਜੇ ਸਾਡੇ ਕੋਲ ਇੱਕ ਤੰਦਰੁਸਤ ਸਰੀਰ ਆ ਅਤੇ ਤੰਦਰੁਸਤ ਸੋਚ ਆ, ਉਹਦੇ ਕਰਕੇ ਅਸੀਂ ਪੈਸਾ ਕਮਾ ਸਕਦੇ ਹਾਂ, ਧਨ ਕਮਾ ਸਕਦੇ ਹਾਂ। ਜੇ ਸਾਡੇ ਕੋਲ ਇੱਕ ਤੰਦਰੁਸਤ ਸੋਚ ਨਾ ਹੋਵੇ ਜਾਂ ਤੰਦਰੁਸਤ ਸਰੀਰ ਨਾ ਹੋਵੇ ਅਤੇ ਅਸੀਂ ਧਨ ਵੀ ਨਹੀਂ ਨਾ ਕਮਾ ਸਕਦੇ। ਮਹਾਰਾਜ ਕਹਿੰਦੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਕਮ ਮੰਨਣਾ ਕੀ ਆ ਭਾਈ? ਹੁਕਮ ਕੀ ਆ ਜੀ? ਹੁਕਮ ਉਹੀ ਮਹਾਰਾਜ ਕਹਿੰਦੇ ਹੁਕਮ ਸੋਈ। ਹੁਕਮ ਕੀ ਆ ਜੀ? ਹੁਕਮ ਸੋਈ ਨਾਨਕ ਹੁਕਮੈ ਜੇ ਬੁੱਝੈ। ਜਿਹਨੂੰ ਹੁਕਮ ਦੀ ਸਮਝ ਲੱਗ ਗਈ ਮਹਾਰਾਜ ਕਹਿੰਦੇ ਭਾਈ ਤਾਂ ਹਉਮੈ ਕਹੇ ਨਾ ਕੋਏ। ਉਹ ਹਉਮੈ ਨਹੀਂ ਕਹੂਗਾ, ਉਹਦੇ ਵਿੱਚੋਂ ਹਉਮੈ ਦਾ ਕਹਿਣਾ ਨਹੀਂ ਆਊਗਾ, ਉਹਦੇ ਵਿੱਚੋਂ ਉਹਦੇ ਹਿਰਦੇ ਵਿੱਚ ਕੋਈ ਇਹੋ ਜਿਹਾ ਬੋਲ ਨਹੀਂ ਆਊਗਾ ਜਿਹੜਾ ਹਉਮੈ ਨਾਲ ਭਰਿਆ ਹੋਵੇ, ਜਿਹੜਾ ਹਉਮੈ ਨਾਲ ਪਲੀਤ ਹੋਵੇ, ਜਿਹੜਾ ਹਉਮੈ ਦੇ ਹੰਕਾਰ ਦੇ ਨਾਲ ਭਰਿਆ ਹੋਵੇ। ਉਹਦੇ ਹਿਰਦੇ ਵਿੱਚੋਂ ਕੋਈ ਇੱਦਾਂ ਦਾ ਬੋਲ ਨਹੀਂ ਆਊਗਾ। ਹੁਕਮ ਸੋਈ। ਹੁਕਮ ਕੀ? ਉਹੀ ਹੁਕਮ ਆ ਤੁਧ ਭਾਵਸੀ। ਵਾਹਿਗੁਰੂ ਜੀ ਜਿਵੇਂ ਤੁਸੀਂ ਰੱਖਦੇ ਹੋ, ਜਿੱਥੇ ਤੁਸੀਂ ਚਾਹੁੰਦੇ ਹੋ ਪਰਮਾਤਮਾ ਜੀ, ਜਿਵੇਂ ਤੈਨੂੰ ਭਾਉਂਦਾ, ਜਿਉਂ ਭਾਵੇ ਤਿਉਂ ਰੱਖ ਲੈ, ਜਿਵੇਂ ਤੈਨੂੰ ਚਾਹੁੰਦਾ ਵਾਹਿਗੁਰੂ ਜੀ। ਹਮ ਸ਼ਰਨ ਤੁਧ ਆਏ ਰਾਮ ਰਾਜੇ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਪਰਮਾਤਮਾ ਜੀ। ਹੁਕਮ ਸੋਈ ਤੁਧ ਭਾਵਸੀ, ਤੈਨੂੰ ਭਾਉਣੇ ਚਾਹੀਦੇ ਆ, ਜਿਵੇਂ ਤੂੰ ਰੱਖਣਾ ਚਾਹੁੰਦਾ ਉਵੇਂ ਰੱਖ, ਅਸੀਂ ਤੇਰੀ ਰਜ਼ਾ ਵਿੱਚ ਖੁਸ਼ ਹਾਂ। ਸੋ ਮਹਾਰਾਜ ਕਹਿੰਦੇ ਨੇ ਕਿ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵਸੀ। ਅਤੇ ਜਿਹੜੀ ਕੋਈ ਬੰਦਾ ਕਹੇ ਕਿ ਮੈਂ ਆਪਦੇ ਤਰੀਕੇ ਨਾਲ ਕੋਈ ਗੱਲਾਂ ਆਖ ਦੂੰਗਾ, ਮੈਂ ਹੁਕਮ ਤੋਂ ਬਾਹਰ ਜਾ ਕੇ ਕੁਛ ਕਰ ਦੂੰਗਾ, ਗੁਰੂ ਮਹਾਰਾਜ ਕਹਿੰਦੇ ਨੇ ਭਾਈ ਹੋਰ ਹੁੰਦੀ ਆ ਚੀਜ਼ ਜਿਹੜੀ ਅਸੀਂ ਆਪਦੀ ਵਿੱਤ ਤੋਂ ਪਰਾਂ ਜਾ ਕੇ ਗੱਲ ਕਰੀਏ, ਹੋਰ ਜਿਹੜੀ ਅਸੀਂ ਆਪਦੀ ਸਮਝ ਤੋਂ ਪਰਾਂ ਜਾ ਕੇ ਗੱਲ ਕਰੀਏ, ਹੋਰ ਜਿਹੜੀ ਅਸੀਂ ਆਪਦੀ ਅਕਲ ਤੋਂ ਪਰਾਂ ਜਾ ਕੇ ਗੱਲ ਕਰੀਏ, ਹੋਰ ਜਿਹੜੀ ਅਸੀਂ ਆਪਦੀ ਬੁੱਧੀ ਚਿੱਤ ਤੋਂ ਪਰੇ ਜਾ ਕੇ ਦੀ ਗੱਲ ਕਰੀਏ। ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਕੋ ਖਾਇਕ ਹੁੰਦਾ ਮੂਰਖ ਬੰਦਾ, ਜੇ ਕੋ ਖਾਇਕ ਆਖਣ ਪਾਏ। ਖਾਇਕ ਕਹੇ ਵੀ ਮੈਂ ਪਰਮਾਤਮਾ ਹੁਕਮ ਤੋਂ ਪਰੇ ਜਾ ਕੇ ਗੱਲ ਕਰ ਦੂੰਗਾ, ਮੈਂ ਮਰਿਆਦਾ ਤੋਂ ਪਰੇ ਜਾ ਕੇ ਕੋਈ ਗੱਲ ਕਰ ਦੂੰਗਾ, ਉਹ ਕੀ ਹੋ ਗਏ? ਮਹਾਰਾਜ ਕਹਿੰਦੇ ਨੇ ਕਿ ਖਾਇਕ ਆ ਭਾਈ, ਇਹ ਮੂਰਖ ਆ।
ਜੇ ਕੋ ਕੋਈ ਖਾਇਕ ਮੂਰਖ ਬੰਦਾ, ਜੇ ਕੋ ਖਾਇਕ ਆਖਣ ਪਾਹੇ, ਕਹੇ ਵੀ ਮੈਂ ਬਿਆਨ ਕਰ ਦੂੰ ਪਰਮਾਤਮਾ ਦੇ ਸੁਭਾਅ ਨੂੰ, ਮੈਂ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਚੱਲੂੰਗਾ, ਮੈਂ ਆਪਦੇ ਤਰੀਕੇ ਨਾਲ ਚੱਲੂੰਗਾ। ਕਹਿੰਦੇ ਫਿਰ ਉਹਦਾ ਕੀ ਅੰਜਾਮ ਆ? ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆਂ ਮੋਹੇ ਖਾਏ। ਉਹਦੇ ਮੂੰਹ 'ਤੇ ਕਿੰਨੀਆਂ ਮਾਰਾਂ ਪੈਣਗੀਆਂ ਨਾ, ਉਹ ਉਹਨੂੰ ਹੀ ਪਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਜੇ ਕੋ ਕਹੇ ਪਿੱਛੇ ਪਛਤਾਏ। ਜੇ ਕੋਈ ਕਹਿਣਾ ਚਾਹੇ ਕਿ ਮੈਂ ਜਿਹਨੇ ਸੁਣ ਕੇ ਮੰਨ ਲਈ ਗੱਲ, ਮੈਂ ਉਹਦੀ ਅਵਸਥਾ ਬਾਰੇ ਕਹਿ ਦੂੰਗਾ, ਗੁਰੂ ਮਹਾਰਾਜ ਕਹਿੰਦੇ ਨੇ ਭਾਈ ਉਹਨੂੰ ਪਿੱਛੇ ਪਛਤਾਉਣਾ ਪਏਗਾ। ਹੋਰ ਆਖਣ, ਹੁਕਮ ਤੋਂ ਪਰੇ ਜਾ ਕੇ ਆਖਣ ਦੀ ਗੱਲ ਆ ਜਿਹੜੀ, ਮਹਾਰਾਜ ਕਹਿੰਦੇ ਹੋਰ ਆਖਣ ਬਹੁਤ ਅਪਾਰ। ਇਹ ਆਖਿਆ ਨਹੀਂ ਜਾ ਸਕਣਾ, ਇਹ ਗੱਲ ਕਹਿਣ ਦੇ ਵਿੱਚ ਨਹੀਂ ਆਏਗੀ। ਗੁਰੂ ਮਹਾਰਾਜ ਨੇ ਆਪ ਹੀ ਇੱਕ ਸਾਨੂੰ ਰਸਤਾ ਦੱਸਿਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾਲੋ। ਇਹ ਉਹਦੇ ਭਾਣੇ ਵਿੱਚ ਚੀਜ਼ਾਂ ਹੋ ਰਹੀਆਂ ਨੇ, ਸਾਡੇ ਕਰਨ ਦੇ ਨਾਲ ਕੁਛ ਨਹੀਂ ਹੋ ਰਿਹਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਉਸ ਵਾਹਿਗੁਰੂ ਦੇ ਬਾਰੇ ਕੁਛ ਆਖਣਾ ਅਤੇ ਕੁਛ ਸਮਝਣਾ, ਕੁਛ ਸਮਝਾਉਣਾ। ਬਸ ਇੱਦਾਂ ਹੀ ਆ ਵੀ ਜਿਵੇਂ ਕੋਈ ਕਹੇ ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸੁਰਤੀ ਮਿਲ ਸੁਰਤ ਕਮਾਈ, ਹੈ ਨਾ। ਜਿਹੜੇ ਸੁਰਤੀ ਲੋਕ ਲਾਉਂਦੇ ਨੇ, ਜਿਹੜੇ ਜੋਗੀ ਲੋਕ ਧਿਆਨ ਲਾਉਂਦੇ ਨੇ, ਗਿਆਨੀ ਧਿਆਨੀ ਲੋਕ, ਜੇ ਉਹਨਾਂ ਦੇ ਸਾਰੇ ਧਿਆਨ ਨੂੰ ਇਕੱਠਾ ਕਰਕੇ ਕਹੀਏ, ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ, ਕਹੀ ਨਹੀਂ ਜਾਣੀ। ਹੋਰ ਆਖਣ, ਹੋਰ ਕਿਹਾ ਨਹੀਂ ਜਾਣਾ, ਆਖਣ ਦੇ ਵਿੱਚ ਨਹੀਂ ਆਉਣਾ। ਕੀ ਨਹੀਂ ਆਉਣਾ ਜੀ? ਬਹੁਤ ਅਪਾਰ ਤਿਲ ਵਡਿਆਈ ਕਹਿਣਗੇ, ਤਿਲ ਜਿੰਨੀ ਵੀ ਵਡਿਆਈ ਨਹੀਂ ਕਹੀ ਜਾਣੀ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ, ਉਹ ਵੱਡਾ ਨਹੀਂ ਹੁੰਦਾ। ਜੇ ਸਾਰੇ ਮਿਲ ਕੇ ਉਹਨੂੰ ਛੋਟਾ ਛੋਟਾ ਕਹਿਣ, ਉਹ ਛੋਟਾ ਨਹੀਂ ਹੁੰਦਾ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਵਾਹਿਗੁਰੂ ਜੀ ਹੋਰ ਆਖਣ ਬਹੁਤ ਅਪਾਰ, ਬਹੁਤਾ ਕਹੀਏ ਬਹੁਤਾ ਹੋਏ। ਸੋ ਮਹਾਰਾਜ ਕਹਿੰਦੇ ਨੇ ਕਿ ਨਾਨਕ ਸੱਚਾ ਪਾਤਸ਼ਾਹ, ਜਿਹੜਾ ਉਹ ਪਰਮਾਤਮਾ ਭਾਈ ਬਹੁਤ ਅਪਾਰ ਆ, ਉਹ ਸੱਚਾ ਆ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਆ। ਇਸ ਕਰਕੇ ਉਹਦੇ ਹੁਕਮ ਦੇ ਵਿੱਚ ਚੱਲਣਾ ਸਾਡਾ ਫਰਜ਼ ਬਣਦਾ ਆ। ਅਤੇ ਜੇਕਰ ਅਸੀਂ ਉਹਦੇ ਹੁਕਮ ਵਿੱਚ ਨਹੀਂ ਚੱਲਦੇ ਤਾਂ ਉਸ ਵਾਹਿਗੁਰੂ ਨੂੰ ਅਰਦਾਸ ਕਰਿਆ ਕਰੀਏ ਕਿ ਮਹਾਰਾਜ ਜੀ ਸਾਨੂੰ ਤੁਸੀਂ ਆਪਦੇ ਹੁਕਮ ਵਿੱਚ ਚਲਾਓ, ਅਸੀਂ ਭਟਕੇ ਹੋਏ ਹਾਂ। ਹੇ ਵਾਹਿਗੁਰੂ ਜੀ, ਮੈਂ ਆਪਦੀ ਮੱਤ ਨਾਲ ਬਹੁਤ ਜੀ ਕੇ ਦੇਖ ਲਿਆ, ਮੈਂ ਮੇਰੀ ਸਮਝ ਨਾਲ ਬਹੁਤ ਚਿਰ ਜੀ ਕੇ ਦੇਖ ਲਿਆ, ਪਰ ਖੱਜਲ ਖੁਆਰੀ ਹੀ ਪੱਲੇ ਪਈ ਆ। ਗੁਰੂ ਮਹਾਰਾਜ ਜੀ ਸਾਨੂੰ ਤੇਰੀ ਮੱਤ ਦੇ ਨਾਲ ਚਲਾ। ਹੁਣ ਤੋਂ ਬਾਅਦ ਮੈਂ ਪ੍ਰਣ ਕਰਦਾ, ਮੈਂ ਪ੍ਰੋਮਿਸ ਕਰਦਾ, ਮੈਂ ਤੇਰੀ ਮੱਤ ਦੇ ਨਾਲ ਚੱਲੂੰਗਾ। ਜਦੋਂ ਅਸੀਂ ਆਪਦੇ ਆਪ ਨੂੰ ਸਰੈਂਡਰ ਕਰ ਦਿੰਦੇ ਹਾਂ, ਮਹਾਰਾਜ ਕਹਿੰਦੇ ਨੇ ਕਿ ਜਾ ਤੇਰਾ ਬੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਜਦੋਂ ਉਹ ਕਹਿੰਦਾ, ਪਰਮਾਤਮਾ ਕਹਿੰਦਾ ਤੂੰ ਮੈਨੂੰ ਭਾਈ ਸੌਂਪ ਦੇਗਾ, ਮੈਂ ਤੈਨੂੰ ਬੰਦਾ ਬਣਾ ਦੂੰਗਾ। ਤੇਰੇ ਅੰਦਰ ਜਿਹੜੇ ਜਾਨਵਰ ਨੇ, ਤੇਰੇ ਅੰਦਰ ਜਿਹੜੀਆਂ ਵਾਸ਼ਨਾਵਾਂ ਨੇ, ਤੇਰੇ ਅੰਦਰ ਜਿਹੜੇ ਸੰਸਕਾਰਾਂ ਦੇ ਬੀਜ ਪਏ ਨੇ, ਉਹ ਕੱਟ ਕੇ ਮੈਂ ਕੀ ਕਰ ਦੂੰਗਾ? ਬੰਦਾ ਬਣਾ ਦੂੰਗਾ ਤੈਨੂੰ। ਜਾ ਤੇਰਾ ਬੰਦਾ। ਮਹਾਰਾਜ ਕਹਿੰਦੇ ਨੇ ਭਾਈ ਤੂੰ ਬੰਦਾ ਬਣਨਾ ਚਾਹੁੰਦਾ ਤਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ, ਉਹ ਵਾਹਿਗੁਰੂ ਕੀ ਆ? ਸੱਚਿਆਂ ਦਾ ਪਾਤਸ਼ਾਹ, ਸੱਚਾ ਪਾਤਸ਼ਾਹ। ਪੂਛ ਨਾ ਕਰੇ ਵਿਚਾਰ, ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ। ਬੀਓ ਪੂਛ, ਬੀਓ ਹੁੰਦਾ ਦੂਜਾ, ਉਹਦਾ ਕੋਈ ਸ਼ਰੀਕ ਨਹੀਂ ਹੈਗਾ। ਬੀਜਾ ਦੂਜਾ, ਨਾਨਕ ਸੱਚਾ ਪਾਤਸ਼ਾਹ ਬੀਓ ਪੂਛ, ਵੀ ਦੂਜੇ ਨੂੰ ਪੁੱਛ ਕੇ ਨਾ ਮਸਲਤ ਧਰੈ। ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਹੈਗਾ, ਜੋ ਕੁਛ ਕਰੇ ਸੋ ਆਪੇ ਕਰੇ। ਇਸ ਪਰਮਾਤਮਾ ਦੇ ਇਹੋ ਜਿਹੇ ਵਾਹਿਗੁਰੂ ਦੇ ਭਾਈ ਹੁਕਮ ਵਿੱਚ ਚੱਲਣਾ ਸਾਡਾ ਧਰਮ ਬਣ ਜਾਂਦਾ ਆ। ਅਤੇ ਫਿਰ ਬਾਬਾ ਜੀ ਕਹਿੰਦੇ ਨੇ ਕਿ ਬਈ ਜਦੋਂ ਹੁਣ ਤੂੰ ਇਹ ਗੱਲ ਸਮਝ ਚੁੱਕਿਆ ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਵਿੱਚ ਹੀ ਸਾਡੀ ਭਲਾਈ ਆ, ਫਿਰ ਮਹਾਰਾਜ ਕਹਿੰਦੇ ਨੇ ਕਿ ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਹੁਣ ਸੌਣਾ ਕੀ ਹੁੰਦਾ? ਇੱਕ ਤਾਂ ਸੌਣਾ ਹੁੰਦਾ ਜਿਹੜਾ ਆਪਾਂ 12-14 ਘੰਟੇ ਕੰਮ ਕਰਕੇ ਰਾਤ ਨੂੰ ਪੈਂਦੇ ਹਾਂ। ਮਹਾਰਾਜ ਕਹਿੰਦੇ ਕਿ ਇਹ ਤੇਰੀ ਨੀਂਦ ਕੁਝ ਘੰਟੇ ਦੀ ਹੋਣੀ ਚਾਹੀਦੀ ਆ। ਤੇਰਾ ਸਰੀਰ ਵੈਲ ਰੈਸਟਡ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਤੇਰਾ ਸਰੀਰ ਵੈਲ ਰੈਸਟਡ ਨਹੀਂ ਹੈਗਾ। ਪਰ ਹੁਣ ਇੱਥੇ ਮਹਾਰਾਜ ਕਿਹੜੇ ਸੌਣ ਦੀ ਗੱਲ ਕਰਦੇ ਨੇ? ਹੋਰ ਸੌਣਾ। ਹੋਰ ਸੌਣਾ ਕੀ ਹੁੰਦਾ? ਜਦੋਂ ਮਨ ਸਾਡਾ
ਉਹਨਾਂ ਵਿਕਾਰਾਂ ਦੇ ਵਿੱਚ ਫਸ ਕੇ ਸੌਂ ਜਾਵੇ। ਸਲੰਬਰ, ਇਹਨੂੰ ਅੰਗਰੇਜ਼ੀ ਸ਼ਬਦ ਹੁੰਦਾ ਸਲੰਬਰ। ਸਲੰਬਰ ਹੁੰਦੀ ਆ ਗਫਲਤ ਦੀ ਨੀਂਦ। ਗਫਲਤ ਦੀ ਨੀਂਦ ਭਾਵ ਅਗਿਆਨ ਦੀ ਨੀਂਦ। ਅਗਿਆਨ ਦੀ ਨੀਂਦ ਭਾਵ ਜਦੋਂ ਕੋਈ ਸਾਨੂੰ ਦੱਸਣਾ ਵੀ ਚਾਹੇ, ਜਦੋਂ ਸਾਨੂੰ ਗੁਰੂ ਮਹਾਰਾਜ ਦੱਸਣ ਵੀ ਕਿ ਭਾਈ ਆਹ ਤੇਰਾ ਰਸਤਾ ਆ, ਇਨਸਾਨ ਇਹ ਸੁਣਨ ਤੋਂ ਇਨਕਾਰ ਕਰਦੇ ਮੇਰੀ ਮੱਤ ਵੱਡੀ ਆ, ਮੈਨੂੰ ਜ਼ਿਆਦਾ ਪਤਾ, ਮੈਂ ਬਹੁਤ ਪੜ੍ਹਿਆ, ਮੈਂ ਬਹੁਤ ਵੱਡਾ ਹੋ ਗਿਆ, ਅਤੇ ਮਹਾਰਾਜ ਦੀ ਬਾਣੀ ਨੂੰ ਇਗਨੋਰ ਕਰਦਾ ਜਿਹੜਾ ਬੰਦਾ, ਭਾਈ ਮਹਾਰਾਜ ਕਹਿੰਦੇ ਉਹ ਗਫਲਤ ਦੀ ਨੀਂਦ ਦੇ ਵਿੱਚ ਆ, ਉਹ ਸਲੰਬਰ ਦੀ ਨੀਂਦ ਦੇ ਵਿੱਚ ਆ। ਅਤੇ ਪਰ ਮਹਾਰਾਜ ਨੇ ਫਿਰ ਸਾਨੂੰ ਦੱਸਿਆ ਕਿ ਭਾਈ ਦੇਖ ਤੇਰਾ ਕੀ ਕੀ ਸੁੱਤਾ ਪਿਆ, ਨੈਣੋ ਨੀਂਦ, ਤੇਰੇ ਨੈਣਾਂ ਦੇ ਵਿੱਚ ਨੀਂਦ ਆਈ ਹੋਈ ਆ, ਗਫਲਤ ਆਈ ਹੋਈ ਆ, ਤੇਰੇ ਨੈਣਾਂ ਦੇ ਵਿੱਚ ਅਗਿਆਨ ਆਇਆ ਹੋਇਆ। ਕਾਹਦਾ ਅਗਿਆਨ ਆਇਆ ਹੋਇਆ? ਖੁਸ਼ੀ ਖੁਆਰ ਕਰਨ ਦਾ ਅਗਿਆਨ ਆਇਆ ਹੋਇਆ। ਤੇਰੇ ਨੈਣਾਂ ਦੇ ਵਿੱਚ ਉਹ ਨੀਂਦ ਆਈ ਹੋਈ ਆ ਜਿਹੜੀ ਤੈਨੂੰ ਖੁਸ਼ੀ ਖੁਆਰ ਕਰਦੀ ਆ। ਕਾਹਦੇ ਵਿੱਚ ਕਰਦੀ ਆ? ਪਰ ਦ੍ਰਿਸ਼ਟ ਵਿਕਾਰ, ਪਰਾਏ ਵਿਕਾਰਾਂ ਦੇ ਉੱਤੇ ਤੇਰੀ ਦ੍ਰਿਸ਼ਟ ਰਹਿੰਦੀ ਆ, ਪਰਾਈਆਂ ਵਸਤੂਆਂ ਦੇ ਉੱਤੇ ਤੇਰੀ ਦ੍ਰਿਸ਼ਟ ਰਹਿੰਦੀ ਆ। ਜਦੋਂ ਤੂੰ ਕਿਸੇ ਨੂੰ ਵਾਸ਼ਨਾ ਦੇ ਨਾਲ ਤੱਕਦਾ ਆ, ਜਦੋਂ ਤੂੰ ਕਿਸੇ ਨੂੰ ਜੱਜਮੈਂਟ ਕਰਨ ਦੇ ਨਾਲ, ਜਦੋਂ ਤੂੰ ਕਿਸੇ ਨੂੰ ਪਰਖਣ ਦੇ ਵਾਸਤੇ, ਜੋਹਣ ਦੇ ਵਾਸਤੇ, ਜਦੋਂ ਤੂੰ ਕਿਸੇ ਗਰੀਬ ਦਾ ਮਜ਼ਾਕ ਉਡਾਉਣ ਦੇ ਵਾਸਤੇ ਤੇਰੀ ਨਜ਼ਰ ਬਦਲਦੀ ਆ, ਜਦੋਂ ਤੂੰ ਆਪਦੇ ਭੈਣ ਭਰਾਵਾਂ ਨੂੰ ਧੋਖਾ ਦਿੰਦਾ ਆ, ਜਦੋਂ ਤੂੰ ਆਪਦੇ ਆਪ ਦੇ ਵਿੱਚ ਵੱਡਾ ਹੋਣ ਦਾ ਭਰਮ ਭਾਲਦਾ, ਜਦੋਂ ਕਿ ਤੂੰ ਹੈ ਰਾਖ ਹੀ ਆ। ਸੋ ਮਹਾਰਾਜ ਕਹਿੰਦੇ ਨੇ ਕਿ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਦ੍ਰਿਸ਼ਟੀ, ਵਿਕਾਰਾਂ ਭਰੀ ਦ੍ਰਿਸ਼ਟੀ ਦੇ ਵਿੱਚ ਤੇਰੇ ਨੀਂਦਾਂ ਨੂੰ, ਤੇਰੇ ਨੈਣਾਂ ਨੂੰ ਕੀ ਆ ਗਈ ਆ? ਮਹਾਰਾਜ ਕਹਿੰਦੇ ਖੁਸ਼ੀ ਖੁਆਰ ਦੀ ਨੀਂਦ ਆ ਗਈ ਆ। ਇਹ ਸੁੱਤੇ ਪਏ ਨੇ ਖੁਸ਼ੀ ਖੁਆਰ ਦੇ ਵਿੱਚ। ਪਰ ਮਹਾਰਾਜ ਨੇ ਇਹ ਵੀ ਦੱਸਿਆ ਕਿ ਭਾਈ ਇੱਕ ਦਿਨ ਤੇਰੇ ਇਹ ਚੱਬਣ ਹੁੰਦੇ ਨੇ ਦੰਦ ਜਿਹੜੇ ਚੱਬਦੇ ਨੇ, ਇੱਕ ਦਿਨ ਇਹ ਤੇਰੇ ਜਿਹੜੇ ਦੰਦ ਨੇ ਨਾ, ਤੇ ਚੱਲਣ ਹੁੰਦੇ ਨੇ ਪੈਰ, ਇੱਕ ਦਿਨ ਤੇਰੇ ਪੈਰ, ਦੰਦ, ਚੱਬਣ ਦੰਦ, ਚੱਲਣ ਪੈਰ, ਰਤਨ ਨਿਗਾਹ, ਸੇ ਸੁਣੀਅਰ, ਆ ਜਿਹੜੇ ਤੇਰੇ ਸੁਣੀਅਰ ਨੇ, ਕੰਨ ਨੇ ਜਿਹੜੇ, ਮਹਾਰਾਜ ਕਹਿੰਦੇ ਨੇ ਭਾਈ ਬਹਿ ਜਾਂਦਾ ਬੰਦਾ, ਉਦੋਂ ਬਹਿ ਜਾਂਦਾ ਜਦੋਂ ਬੰਦਾ ਥੱਕ ਜਾਂਦਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਮਾਇਆ ਜਿਹੜੀ, ਇਹ ਵਿਸ਼ਿਆਂ ਦੇ ਭੋਗ ਨੇ, ਇਹ ਇਨਸਾਨ ਨੂੰ ਥਕਾ ਦਿੰਦੇ ਨੇ। ਇਹ ਇੰਨੇ ਕੁ ਭੋਗ ਜ਼ਿਆਦਾ ਸਟਰੋਂਗ ਨੇ ਕਿ ਬੰਦਾ ਭੋਗਾਂ ਨੂੰ ਭੋਗਦਾ ਆਪ ਹੀ ਭੋਗ ਪੈ ਜਾਂਦਾ ਇਹਦਾ। ਮਹਾਰਾਜ ਕਹਿੰਦੇ ਨੇ ਕਿ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਭਾਈ ਉਹ ਬਹਿ ਗਏ ਕਿ ਤੇਰੀ ਬਲ ਥੱਕ ਗਿਆ, ਤੇਰੀ ਬੁੱਧੀ ਥੱਕ ਗਈ, ਪਰ ਏਕ ਨਾ ਥਾਕ ਸਮਾਇਆ। ਇਹ ਮਾਇਆ ਕਦੇ ਨਹੀਂ ਥੱਕਦੀ, ਤੈਨੂੰ ਥਕਾ ਦੇਗੀ ਇੱਕ ਦਿਨ। ਤੇਰੇ ਚੱਬਣ ਦੇ ਵਿੱਚੋਂ, ਤੇਰੇ ਚੱਬਣ ਦੇ ਵਿੱਚੋਂ ਸ਼ਕਤੀ ਚਲੀ ਜਾਏਗੀ, ਤੇਰੀਆਂ ਅੱਖਾਂ ਦੇ ਵਿੱਚ ਦੇਖਣ ਦੀ ਜੋਤ ਚਲੀ ਜਾਏਗੀ, ਤੇਰੇ ਚੱਲਣ ਦੇ ਵਿੱਚ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇੰਨੀ ਨਿੱਕੀ ਜੰਗੀਏ ਥਲ ਡੂਗਰ ਪਵਿਓਮ, ਮੈਂ ਛਾਲਾਂ ਮਾਰ ਕੇ ਪਵਿਓਮ ਚੜ੍ਹਿਆ ਆਉਂਦਾ ਸੀਗਾ, ਛਾਲਾਂ ਮਾਰ ਕੇ ਡੂਗਰ ਹੁੰਦਾ ਪਹਾੜੀ ਦੇ ਉੱਤੇ ਚੜ੍ਹ ਜਾਂਦਾ ਸੀਗਾ, ਹੈ ਨਾ। ਅਤੇ ਇੰਨੀ ਨਿੱਕੀ ਜੰਗੀਏ ਥਲ ਡੂਗਰ ਪਵਿਓਮ, ਮੈਂ ਵੱਡੇ ਥਲਾਂ ਦੇ ਵਿੱਚ, ਖਾਈਆਂ ਦੇ ਵਿੱਚ ਅਤੇ ਡੂੰਗਰਾਂ ਦੇ ਉੱਤੇ, ਪਹਾੜੀਆਂ ਦੇ ਉੱਤੇ ਛਾਲਾਂ ਮਾਰ ਕੇ ਚੜ੍ਹ ਜਾਂਦਾ ਸੀਗਾ। ਅੱਜ ਹੂੰ ਨੇੜੇ ਕੂਜੜਾ ਸਹਿ ਕੋਹਾਂ ਥਿਓਮ, ਥੱਕ ਗਿਆ, ਸਾਰਾ ਕੁਛ ਥੱਕ ਗਿਆ, ਪਰ ਇਹ ਮਾਇਆ ਨਹੀਂ ਥੱਕੀ, ਇਹਨੇ ਮੈਨੂੰ ਥਕਾਤਾ, ਇਹਨੇ ਮੈਨੂੰ ਖਾ ਗਈ ਮਾਇਆ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਮਹਾਰਾਜ ਕਹਿੰਦੇ ਨੇ ਭਾਈ ਹੋਰ ਸੌਣਾ ਖੁਸ਼ੀ ਖੁਆਰ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ। ਸਾਡੇ ਕੰਨ ਨੇ ਇੰਨੀ ਨਿੰਦਿਆ ਸੁਣਦੇ ਨੇ, ਇੰਨੇ ਫੈਸ਼ ਲਿਟਰੇਚਰ, ਗੰਦੇ ਗੀਤ ਸੁਣਦੇ ਨੇ, ਅਤੇ ਮਹਾਰਾਜ ਕਹਿੰਦੇ ਨੇ ਕਿ ਸੁਣ ਸੁਣ ਕੇ ਨਿੰਦਿਆ ਦੀਆਂ ਵਿਚਾਰਾਂ ਸੁਣ ਕੇ ਮਹਾਰਾਜ ਕਹਿੰਦੇ ਨੇ ਕੰਨ ਥੱਕ ਗਏ, ਇੱਕ ਦਿਨ ਬੋਲੇ ਹੋ ਗਏ, ਇਹਨਾਂ ਦੇ ਵਿੱਚੋਂ ਸ਼ਕਤੀ ਚਲੀ ਗਈ, ਹੈ ਨਾ। ਗੁਰੂ ਮਹਾਰਾਜ ਕਹਿੰਦੇ ਨੇ ਸਰਵਣ ਸੋਏ ਸੁਣ ਨਿੰਦ ਵਿਚਾਰ, ਰਸ ਨਾ ਸੋਈ, ਰਸ ਨਾ ਖਾਂਦੀ ਥੱਕ ਗਈ, ਖਾਂਦਿਆਂ ਮੂੰਹ ਕੁੱਥਾ, ਮੂੰਹ ਹੀ ਕੱਸ ਗਿਆ, ਦੰਦ ਕੱਸ ਗਏ, ਹੈ ਨਾ, ਪਰ ਸਮਾਨ ਨਹੀਂ ਮੁੱਕਿਆ। ਬਾਬਾ ਜੀ ਕਹਿੰਦੇ ਨੇ ਕਿ ਜੋ ਕੁਛ ਪਾਇਆ ਸੋ ਇੱਕਾ ਵਾਰ, ਸੰਸਾਰ ਦੇ ਵਿੱਚ ਪਰਮਾਤਮਾ ਨੇ ਪਦਾਰਥ ਇੱਕ ਵਾਰੀ ਪਾ ਕੇ ਛੱਡ ਦਿੱਤੇ ਨੇ,
ਤੇ ਬੰਦੇ ਖਾਈ ਜਾਂਦੇ ਨੇ ਹੈ ਨਾ, ਜੁਗਾ ਜੁਗੰਤਰ ਖਾਹੀ ਖਾਹੀ ਜੁਗਾ ਜੁਗੰਤਰ ਤੋਂ ਬਸ ਇੱਦਾਂ ਥੱਕੀ ਜਾਂਦੇ ਨੇ, ਖਾਹੀ ਜਾਂਦੇ ਨੇ, ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੇ। ਫਿਰ ਉਹ ਖਾਹੀ ਖਾਂਦੇ ਨੇ, ਗੰਦਗੀ ਖਾਂਦੇ ਨੇ, ਗੰਦਗੀ ਖਾਂਦੇ ਇਹਦੇ ਵਿੱਚ ਹੀ ਮਰ ਖੱਪ ਜਾਂਦੇ ਨੇ। ਰਸ ਨਾ ਸੋਈ ਲੋਭ ਮਿੱਠੇ ਸਾਧ। ਬੰਦੇ ਨੂੰ ਰੱਜ ਤਾਂ ਥੋੜ੍ਹੇ ਜਿਹੇ ਫੂਡ ਨਾਲ ਆ ਜਾਂਦਾ, ਪਰ ਲੋਭ ਨਹੀਂ ਰੱਜਣ ਦਿੰਦਾ। ਲੋਭ ਕਹਿੰਦਾ ਹੋਰ 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 ਬਾਬਾ ਹੋਰ ਮੱਤ ਹੋਰ ਹੈ ਨਾ, ਹੋਰ ਕਰਦਾ ਇਨਸਾਨ, ਇਹਦੇ ਵਿੱਚ ਹੀ ਮਰ ਖੱਪ ਜਾਂਦਾ ਆ। ਮਹਾਰਾਜ ਕਹਿੰਦੇ ਨੇ ਕਿ ਰਸ ਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਮਾਇਆ ਦੇ ਬਿਸਮਾਦ ਦੇ ਵਿੱਚ ਜਿਹੜਾ ਇਹ ਮਨ ਆ, ਮਹਾਰਾਜ ਕਹਿੰਦੇ ਭਾਈ ਸੋਇਆ ਪਿਆ। ਅਤੇ ਗੁਰੂ ਬਾਬਾ ਜੀ ਨੇ, ਕਬੀਰ ਜੀ ਨੇ ਸਾਨੂੰ ਇੱਕ ਬੜਾ ਪਿਆਰਾ ਹੁਕਮ ਦਿੱਤਾ। ਕਹਿੰਦੇ ਕਬੀਰ ਸੂਤਾ ਕਿਆ ਕਰਹਿ, ਉੱਠ ਰੋਏ ਭੈ ਦੁੱਖ, ਜਾਗ ਕੇ ਆਪਣੇ ਦੁੱਖ ਨੂੰ ਰੋ ਅਕਾਲ ਪੁਰਖ ਮੁਰੇ। ਵਾਹਿਗੁਰੂ ਦਾ ਨਾਮ ਜਾਪ ਕਰ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਭੈ ਦੁੱਖ। ਓਏ ਕਮਲਿਆ, ਤੈਨੂੰ ਪਤਾ ਨਹੀਂ ਹੈਗਾ ਜਾ ਕਾ ਵਾਸਾ ਗੌਰ ਮੇ। ਇਹ ਸਰੀਰ ਦਾ ਵਾਸਾ ਕਿੱਥੇ ਆ? ਗੌਰ ਦੇ ਵਿੱਚ ਆ, ਕਬਰ ਦੇ ਵਿੱਚ ਆ, ਮੜੀ ਦੇ ਵਿੱਚ ਆ। ਜਾ ਕਾ ਵਾਸਾ ਗੌਰ ਮਹਿ, ਸੋ ਕਿਉਂ ਸੋਵੈ ਸੁੱਖ। ਕਿਹੜੇ ਸੁੱਖ ਦੇ ਵਿੱਚ ਤੂੰ, ਕਿਹੜੀ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ? ਮਹਾਰਾਜ ਕਹਿੰਦੇ ਨੇ ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪੈ ਮਰਾਰ। ਧਿਆਨ ਰੱਖੀ ਭਾਈ, ਇੱਕ ਦਿਨ ਸੋਵਨ ਹੋਏਗਾ ਤੇਰਾ, ਇੱਕ ਦਿਨ ਪਰਮਾਨੈਂਟ ਸੋਵਨ ਹੋ ਜਾਏਗਾ ਤੇਰਾ, ਇੱਕ ਦਿਨ ਪਰਮਾਨੈਂਟ ਤੇਰਾ ਬੈੱਡ ਲੱਗ ਜਾਏਗਾ। ਫਿਰ ਲੰਬੇ ਗੋਡੇ ਪਸਾਰ ਕੇ ਫਿਰ ਤੂੰ ਪਿਆ ਰਹੀਂ, ਤੈਨੂੰ ਕਿਸੇ ਨੇ ਜਗਾਉਣ ਨਹੀਂ ਆਉਣਾ ਹੈਗਾ। ਸੋ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਤੈਨੂੰ ਇਹ ਇੱਕੋ ਜੀਵਨ ਮਿਲਿਆ ਭਾਈ, ਦੇਖੀ ਕਿਤੇ ਗਾਲ ਕੇ ਨਾ ਚਲਾ ਜਾਈਂ। ਜੋ ਜਾਗੇ, ਕੌਣ ਜਾਗੇ ਨੇ? ਜਿਹੜੇ ਜਾਗੇ ਨੇ ਸੇ ਉੱਭਰੇ, ਉਹ ਉੱਭਰੇ ਨੇ। ਸਿੱਖ ਉਬਾਰ, ਉਹਨਾਂ ਦੇ ਵਿੱਚੋਂ ਸਿੱਖ ਉੱਭਰਿਆ। ਅਸਿੱਖਿਆ ਸੰਗਰੋ, ਜਿਹੜੀ ਗਫਲਤ ਸੀ, ਜਿਹੜਾ ਅਗਿਆਨ ਸੀ, ਉਹ ਖਤਮ ਹੋ ਗਿਆ। ਸੋ ਜਾਗੇ, ਜੋ ਜਾਗੇ ਸੇ ਉੱਭਰੇ, ਸੁੱਤੇ ਗਏ ਮੁਹਾਏ। ਸੁੱਤਿਆਂ ਨੂੰ ਮੁਹਾ ਲੈ ਗਿਆ। ਮੁਹਾ ਦਾ ਮਤਲਬ ਮੁੱਸ ਕੇ ਲੈ ਗਿਆ, ਚੋਰੀ ਕਰਕੇ ਲੈ ਗਿਆ। ਉਹਨਾਂ ਨੂੰ ਸੁੱਤਿਆਂ ਨੂੰ ਕਾਲ ਨੇ ਮੁੱਸ ਲਿਆ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਭਾਈ ਇਸ ਸੰਸਾਰ ਦੇ ਵਿੱਚ ਤੂੰ ਸੁਪਨੇ ਦੇ ਵਿੱਚ ਆਇਆ ਹੋਇਆ, ਅਤੇ ਸੁਪਨੇ ਦੇ ਵਿੱਚ ਆਇਆ ਹੋਣ ਕਰਕੇ ਮਹਾਰਾਜ ਕਹਿੰਦੇ ਇਹ ਸੁਪਨਾ ਤੇਰਾ ਵਿਹਾਏ ਗਿਆ। ਵਿਹਾਏ ਦਾ ਮਤਲਬ ਬੀਤ ਗਿਆ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਇਹ ਸੁਪਨਾ ਤੀ ਤੇਰਾ, ਜਿਉਂ ਸੁਪਨਾ ਔਰ ਪੇਖਣਾ। ਜਿਹਾ ਜਿਹਾ ਸੁਪਨਾ, ਜਿਹਾ ਜਿਹਾ ਟੈਲੀਵਿਜ਼ਨ ਦਾ ਤਾਂ ਸ਼ੋਅ ਦੇਖ ਲਿਆ, ਉਹਦੇ ਉੱਤੇ ਲਿਖਿਆ ਹੁੰਦਾ ਆਲ ਕਰੈਕਟਰਸ ਆਰ ਫਕਟੀਸ਼ੀਅਸ। ਉਸੇ ਤਰ੍ਹਾਂ ਤੂੰ ਵੀ ਫਕਟੀਸ਼ੀਅਸ ਆ। ਤੂੰ ਕਹਿਣਾ ਮੈਂ ਹਾਂ, ਪਰ ਕੱਲ੍ਹ ਵਰਗਾ ਤੂੰ ਅੱਜ ਨਹੀਂ ਹੈਗਾ। ਹਰ ਰੋਜ਼ ਤੇਰੀ ਮੂਵੀ ਚੱਲੀ ਜਾਂਦੀ ਆ, ਹਰ ਰੋਜ਼ ਤੇਰਾ ਸ਼ੋਅ ਲੰਘ ਜਾਂਦਾ, ਪਰ ਤੂੰ ਤਮਾਸ਼ਾ ਬਣ ਕੇ, ਲੋਕ ਤੇਰਾ ਤਮਾਸ਼ਾ ਦੇਖ ਕੇ ਸ਼ੋਅ ਲੰਘਾ ਦਿੰਦੇ ਨੇ ਕਿ ਅੱਜ ਇਹ ਬੰਦਾ ਕਿੱਦਾਂ ਗੁੱਸਾ ਕਰਦਾ ਸੀ, ਅੱਜ ਇਹ ਬੰਦਾ ਕਿਵੇਂ ਹੰਕਾਰ 'ਚ ਗੱਲਾਂ ਕਰਦਾ ਸੀਗਾ, ਅੱਜ ਇਹ ਬੰਦਾ ਕਿਵੇਂ ਨਿਮਰਤਾ 'ਚ ਗੱਲਾਂ ਕਰਦਾ ਸੀਗਾ, ਅੱਜ ਇਹ ਬੰਦੇ ਨੇ ਕਿੰਨਾ ਸੋਹਣਾ ਪਖੰਡ ਦੀ ਐਕਟਿੰਗ ਕਰੀ। ਕਿਉਂਕਿ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਲੋਭ ਕਰਤ ਹੈ, ਚਾਰੇ ਕੁੰਟਾਂ ਭਾਲੇ। ਕਿਵੇਂ ਇਸ ਬੰਦੇ ਦਾ ਮਨ ਕੁੱਤੇ ਦੀ ਤਰ੍ਹਾਂ ਭਟਕਦਾ ਫਿਰਦਾ ਸੀਗਾ। ਤੇਰੀ ਮੂਵੀ ਜੀ ਲੰਘ ਗਈ, ਤੇਰਾ ਸੁਪਨਾ ਜਾ ਲੰਘ ਗਿਆ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਹੁਣ ਡਰ ਲੱਗਦਾ, ਮੈਨੂੰ ਡਰ ਲੱਗ ਰਿਹਾ। ਜਿਹੜੀ ਅਗਲੀ ਪੰਗਤੀ ਮਹਾਰਾਜ ਕਹਿੰਦੇ ਆ, ਸੱਚਾ ਸ਼ਬਦ ਨਾ ਪਛਾਣਿਓ। ਦਿਲ ਕੰਬ ਰਿਹਾ। ਕੀ ਕੰਬ ਰਿਹਾ? ਸੁੰਝੇ ਘਰ ਕਾ ਪਾਹੁਣਾ। ਕੋਈ ਬੰਦਾ ਸੁੰਨੇ ਘਰ ਦੇ ਵਿੱਚ ਆ ਕੇ, ਸੁੰਨੇ ਘਰ ਦੇ ਵਿੱਚ ਆਵੇ, ਜਿਉਂ ਆਇਆ ਤਿਉਂ ਜਾਏ। ਇੱਥੇ ਆ ਕੇ ਇੱਦਾਂ ਹੀ ਮੁੜ ਕੇ ਚਲੇ ਗਏ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਕਿਹੜਾ ਮੂੰਹ ਲੈ ਕੇ ਜਾਵਾਂਗੇ ਉਸ ਵਾਹਿਗੁਰੂ ਦੇ ਕੋਲੇ। ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਕਾਹਦੇ ਵਿੱਚ ਸੁੱਤੇ ਪਏ ਆ ਜੀ? ਮਹਾਰਾਜ ਕਹਿੰਦੇ ਰਸ ਨਾ ਸੋਈ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਮਾਇਆ ਦੇ ਜਾਲ ਵਿੱਚ ਫਸ ਕੇ, ਉਹਦੇ ਵਿਸਮਾਦ ਵਿੱਚ ਫਸ ਕੇ ਬੜੀ ਹੀ ਗੂੜੀ ਨੀਂਦ ਸੁੱਤਾ ਪਿਆ। ਮਹਾਰਾਜ ਕਹਿੰਦੇ ਨੇ ਕਿ ਜਾਗ ਭਾਈ ਤੂੰ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਬਸਤ ਉਹ ਆਪਣੀ ਲਹਿ। ਗੁਰੂ ਮਹਾਰਾਜ ਕਹਿੰਦੇ ਨੇ ਬਾਬਾ ਹੋਰ ਸੌਣਾ ਖੁਸ਼ੀ ਖੁਆਰ।
जित सुतै तन पीड़िया मन में चले विकार। तू अविद्या दी गफलत दी अगियान दी नींद विच इन्ना क ज़्यादा गूढ़ा सुत्ता पिया कि तेरे मन विच विकार चलदे ने ते तेरा सौना जित सुत्ते दे नाल तेरे तन विच पीड़ा चल रही आ। असल दे विच सौना ही पाप आ, असल दे विच सौना ही पाप आ, सौना ही पीड़ आ, अगियान ही पीड़ आ। क्योंकि अगियान दे विचों पाप पैदा हुंदा, पाप दे विचों दुख पैदा हुंदा। गुरु महाराज किरपा करन, सानू जगाउण, साडे ते मेहर भरिया हत्थ रखण, सानू अपनी मत दे के जगाउण ते सानू यही गल समझ आवे कि पई प्राप्त मानुख दे हुरिया गोबिंद मिलन की यह तेरी बरीआ। कि यह जिहड़ा जीवन आ उस वाहिगुरू दे मिलन दे लई आ। जाग रे, रे हुंदा किसे नूं प्यार नाल पुचकारना। जाग रे मन जागन हारे, हर बिन अवर न आवस कामा, झूठा मोह मिथ्या पासारे। गुरु नानक साहब जी किरपा करन, मेहर भरे हत्थ रखण, विचार करदिआं बेअंत भुल्लां चुक्कां दी क्षमा जी। वाहिगुरू जी का खालसा, वाहिगुरू जी की फतेह। पाते अपर न तेरी पाते।